10 जुलाई 2021 ਨੂੰ ਨੈਸ਼ਨਲ ਲੋਕ ਅਦਾਲਤ ਹੋਲਡ ਹੋ ਰਹੀ ਹੈ। ਇਸ ਲੋਕ ਅਦਾਲਤ ਦਾ ਮੰਤਵ ਇਹ ਹੈ ਕਿ ਕਾਫੀ ਸਮੇਂ ਤੋਂ ਜੋ ਲੋਕਾਂ ਦੇ ਕੇਸਿਸ ਲਟਕੇ ਹੁੰਦੇ ਹਨ ਉਹਨਾਂ ਨੂੰ ਸਮਝਾ ਬੁਝਾ ਕੇ ਬੈਠ ਕੇ ਉਹਨਾਂ ਦੀ ਮੀਡੀਏਸ਼ਨ ਕਰਕੇ ਉਹਨਾਂ ਦਾ ਫੈਸਲਾ ਕਰਾਇਆ ਜਾਏ। अदालती चक्करां 'च फसे पंजाब भर दे लोकां लई वड्डी राहत दी खबर सामने आई है। जी हाँ, हुण लोकां नूं अदालतां दे विच तरीका भुगतण दी जरूरत नहीं होवेगी क्योंकि जिला कानूनी सेवा अथॉरिटी पंजाब दे वल्लों 10 जुलाई नूं नैशनल लोक अदालत लगा के एक दिन विच केसां दा निपटारा करन बारे जानकारी दित्ती गई है। इस संबंधी जिला कानूनी सेवावां अथॉरिटी रूपनगर की चेयरपर्सन हरप्रीत कौर ने कहा है कि सारे बैंकों के मैनेजर कंपनियां के सकत्तरां ਅਤੇ सरकारी विभागों के अहुदेदारां नाल 10 जुलाई नूं हो रही लोक अदालत संबंधी मीटिंग की गई है। इस दौरान उन्होंने पत्रकारों नाल गलबात करते हुए कहा कि अदालती चक्करां 'च फसे लोगों के केसां दा महज एक दिन के अंदर अंदर ही निपटारा किया जाएगा। ਸਰ ਆਮ ਤੌਰ ਤੇ ਜਿਹੜੇ ਹੈਗੇ ਆ ਲੋਕ ਅਦਾਲਤਾਂ ਦੇ ਵਿੱਚ ਕਈ ਸਾਲ ਕੇਸ ਚੱਲਦੇ ਰਹਿੰਦੇ ਉਹਨਾਂ ਲੋਕਾਂ ਦੇ ਲਈ ਕੀ ਰਾਹਤ ਦਿੱਤੀ ਜਾ ਰਹੀ ਹੈ, ਖਾਸ ਕੀ ਕੀਤਾ ਜਾ ਰਿਹਾ ਅਦਾਲਤ ਦੇ ਵੱਲੋਂ? ਆਪ ਦੇ ਮਾਧਿਅਮ ਰਾਹੀਂ ਮੈਂ ਪਬਲਿਕ ਨੂੰ ਇਹ ਦੱਸਣਾ ਚਾਹਾਂਗੀ ਕਿ 10 ਜੁਲਾਈ 2021 ਨੂੰ ਨੈਸ਼ਨਲ ਲੋਕ ਅਦਾਲਤ ਹੋਲਡ ਹੋ ਰਹੀ ਹੈ। ਇਸ ਲੋਕ ਅਦਾਲਤ ਦਾ ਮੰਤਵ ਇਹ ਹੈ ਕਿ ਕਾਫੀ ਸਮੇਂ ਤੋਂ ਜੋ ਲੋਕਾਂ ਦੇ ਕੇਸਿਸ ਲਟਕੇ ਹੁੰਦੇ ਹਨ ਉਹਨਾਂ ਨੂੰ ਸਮਝਾ ਬੁਝਾ ਕੇ ਬੈਠ ਕੇ ਉਹਨਾਂ ਦੀ ਮੀਡੀਏਸ਼ਨ ਕਰਕੇ ਉਹਨਾਂ ਦਾ ਫੈਸਲਾ ਕਰਾਇਆ ਜਾਏ। ਲੋਕ ਅਦਾਲਤ ਦੇ ਰਾਹੀਂ ਜੋ ਫੈਸਲਾ ਹੁੰਦਾ ਹੈ ਉਹਦੇ ਵਿੱਚ ਸਿਰਫ ਇੱਕ ਕੇਸ ਦਾ ਨਿਪਟਾਰਾ ਨਹੀਂ ਹੁੰਦਾ, ਇਸ ਦੇ ਵਿੱਚ ਇੱਕ ਪੂਰੇ ਝਗੜੇ ਦਾ ਨਿਪਟਾਰਾ ਹੋ ਜਾਂਦਾ ਹੈ। ਦੋਨੋਂ ਪਾਰਟੀਆਂ ਦੇ ਆਪਸ ਦਾ ਮਨਮੁਟਾਵ ਖਤਮ ਹੋ ਜਾਂਦਾ ਹੈ। ਦੋਨੋਂ ਪਾਰਟੀਆਂ ਆਪਸ ਵਿੱਚ ਆਪਣੀ ਮਰਜ਼ੀ ਦੇ ਨਾਲ ਇੱਕ ਸਮਝੌਤਾ ਤੈਅ ਕਰਦੀਆਂ ਹਨ ਤੇ ਉਸ ਸਮਝੌਤੇ ਦੇ ਉੱਪਰ ਲੋਕ ਅਦਾਲਤ ਆਪਣੀ ਮੋਹਰ ਲਗਾ ਦਿੰਦੀ ਹੈ। ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੁੰਦਾ ਹੈ ਕਿ ਦੋਨੋਂ ਪਾਰਟੀਆਂ ਨੂੰ ਇਹ ਸਮਝ ਆ ਜਾਂਦੀ ਹੈ ਕਿ ਇਸ ਫੈਸਲੇ ਦੇ ਉੱਤੇ ਕੋਈ ਅਪੀਲ ਜਾਂ ਰਿਵੀਜ਼ਨ ਨਹੀਂ ਫਾਈਲ ਹੋਏਗੀ। ਇਹ ਸੈਟਲਮੈਂਟ ਵਨਸ ਫॉर ਆਲ ਹੈ ਔਰ ਦੋਨੋਂ ਪਾਰਟੀਆਂ ਖੁਸ਼ੀ ਆਪਣੇ ਰਿਲੇਸ਼ਨਸ਼ਿਪਸ ਨੂੰ ਦੁਆਰਾ ਬਰਕਰਾਰ ਰੱਖਦੀਆਂ ਹਨ। ਇਸ ਤੋਂ ਇਲਾਵਾ ਫਾਈਨੈਂਸ਼ੀਅਲ ਬੈਨੀਫਿਟ ਵੀ ਇਹ ਹੈ ਕਿ ਜੋ ਉਹਨਾਂ ਨੇ ਕੋਰਟ ਫੀਸ ਲਗਾਈ ਹੁੰਦੀ ਹੈ ਉਹ ਵਾਪਸ ਹੋ ਜਾਂਦੀ ਹੈ ਤੇ ਜੋ ਕੋਰਟ ਦੇ ਵਿੱਚ ਫੈਸਲਾ ਹੋਣ 'ਚ ਕੁਝ ਸਮਾਂ ਲੱਗਦਾ ਹੈ ਉਸ ਕਾਫੀ ਕੋਵਿਡ-19 ਦੇ ਕਾਰਨ ਕਾਫੀ ਸਮੇਂ ਤੋਂ ਜੋ ਕੇਸਿਸ ਵਿੱਚ ਸੁਣਵਾਈ ਨਹੀਂ ਹੋ ਸਕੀ ਸੀ ਉਸ ਦੇ ਵਿੱਚ ਵੀ ਲੋਕਾਂ ਲਈ ਇੱਕ ਬਹੁਤ ਵੱਡਾ ਰਾਹਤ ਵਾਲਾ ਸਟੈਪ ਹੈ ਕਿ ਉਹ ਕੇਸਿਸ ਦੀ ਸੁਣਵਾਈ ਜੋ ਹੈ ਉਹਨਾਂ ਦੀ ਮਰਜ਼ੀ ਦੇ ਨਾਲ ਉਹਨਾਂ ਦੀ ਸਹਿਮਤੀ ਦੇ ਨਾਲ ਉਹਨਾਂ ਦਾ ਫੈਸਲਾ ਹੋ ਸਕੇਗਾ। ਇਸ ਵਾਸਤੇ ਪੰਜਾਬ ਲੀਗਲ ਸਰਵਿਸ ਅਥਾਰਟੀ ਵੱਲੋਂ ਇੱਕ ਬਹੁਤ ਵੱਡਾ ਉਪਾਅ ਕੀਤਾ ਗਿਆ ਹੈ ਕਿ ਹਰ ਜ਼ਿਲ੍ਹੇ ਦੇ ਵਿੱਚ ਵੱਧ ਤੋਂ ਵੱਧ ਬੈਂਚ ਲਗਾਏ ਜਾਣਗੇ ਜਿਸ ਦੇ ਵਿੱਚ ਵੱਧ ਤੋਂ ਵੱਧ ਕੇਸਿਸ ਨੂੰ ਅਸੀਂ ਲਗਾਵਾਂਗੇ ਤੇ ਇਸ ਲੋਕ ਅਦਾਲਤ ਦੇ ਵਿੱਚ ਜੋ ਵੀ ਕੇਸ ਹਨ ਸਿਵਲ ਕੇਸ ਵੀ ਲੱਗ ਸਕਦਾ ਹੈ ਔਰ ਕ੍ਰਿਮੀਨਲ ਕੇਸ ਵੀ ਲੱਗ ਸਕਦਾ ਹੈ। ਜੋ ਸਿਵਲ ਨੇਚਰ ਦਾ ਕੇਸ ਹੈ ਉਹ ਕੋਈ ਵੀ ਕੈਟੇਗਰੀ ਦਾ ਕੇਸ ਹੋ ਸਕਦਾ ਹੈ ਔਰ ਜੋ ਕ੍ਰਿਮੀਨਲ ਕੇਸਿਸ ਹੈ ਜਿਹੜੇ ਕਿ ਜਿਨ੍ਹਾਂ ਦੇ ਵਿੱਚ CRPC ਦੇ ਤਹਿਤ ਉਹਨਾਂ ਨੂੰ ਕੰਪਾਊਂਡੇਬਲ ਲਿਖਿਆ ਗਿਆ ਹੈ ਉਹ ਕੈਟੇਗਰੀ ਦੇ ਕੇਸਿਸ ਲੱਗ ਸਕਦੇ ਹਨ। ਇਸ ਤੋਂ ਇਲਾਵਾ ਅਗਰ ਕੋਈ ਪੇਮੈਂਟਸ ਰਿਲੀਜ਼ ਹੋਣੀਆਂ ਹਨ, ਕੋਈ ਜੋ ਕੋਰਟਸ ਵਿੱਚ ਪਈਆਂ ਹਨ ਉਹ ਸਾਰੀਆਂ ਵੀ ਰਿਲੀਜ਼ ਹੋ ਸਕਦੀਆਂ ਹਨ। ਕੋਈ ਕੈਂਸਲੇਸ਼ਨ ਰਿਪੋਰਟਸ ਹਨ ਉਹਨਾਂ ਦੀ ਸੁਣਵਾਈ ਹੋ ਸਕਦੀ ਹੈ। ਸੋ ਮੈਂ ਤੁਹਾਡੇ ਮਾਧਿਅਮ ਰਾਹੀਂ ਫਿਰ ਇੱਕ ਵਾਰੀ ਪਬਲਿਕ ਨੂੰ ਇਹ ਮੈਸੇਜ ਦਿੰਦੀ ਹਾਂ ਕਿ ਤੁਸੀਂ ਆਪ ਵੱਧ ਤੋਂ ਵੱਧ ਲੋਕ ਅਦਾਲਤ ਦੇ ਵਿੱਚ ਪਾਰਟੀਸਿਪੇਟ ਕਰੋ। ਆਪਣਾ ਕੇਸ ਲਗਵਾਉਣ ਵਾਸਤੇ ਤੁਸੀਂ ਸੈਕਟਰੀ DLSA ਦੇ ਆਫਿਸ ਦੇ ਵਿੱਚ ਟੈਲੀਫੋਨ ਰਾਹੀਂ ਜਾਂ ਖੁਦ ਪਰਸਨਲੀ ਜਾਂ ਆਪਣੇ ਵਕੀਲ ਰਾਹੀਂ ਪਹੁੰਚ ਕਰੋ ਅਤੇ ਉਹਨਾਂ ਦਾ ਜੋ ਟੈਲੀਫੋਨ ਨੰਬਰ ਹੈ ਉਹ ਉਸ 'ਤੇ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ। 1968 ਸਾਡਾ ਲੀਗਲ ਸਰਵਿਸ ਅਥਾਰਟੀ ਦਾ ਇੱਕ ਸਾਂਝਾ ਨੰਬਰ ਹੈ ਜਿਸ ਦੇ ਉੱਪਰ ਕਦੀ ਵੀ ਕਿਤੋਂ ਵੀ ਤੁਸੀਂ ਪੰਜਾਬ ਲੀਗਲ ਸਰਵਿਸ ਅਥਾਰਟੀ ਨੂੰ ਕੰਟੈਕਟ ਕਰ ਸਕਦੇ ਹੋ। चेयरपर्सन हरप्रीत कौर वालों लोक अदालत लगाउण दे तरीके बारे भी जानकारी साझी की गई है। उन्होंने दस्सिया कि लोक अदालत दौरान एक जुडिशियल अफसर नाल 2 मैंबर होर हुंदे ने जिन्हां वालों लोकां दे अलग-अलग केसां दा निपटारा किया जांदा है। किस तरह ਜਿਹੜਾ ਹੈਗਾ ਦੋਨੇ ਪਾਰਟੀਆਂ ਨੂੰ ਕਿਵੇਂ ਫਾਇਦਾ ਹੁੰਦਾ ਤੇ ਕਿਵੇਂ ਆਪਸੀ ਦਾ ਪਿਆਰ ਕਰਦੇ ਨੇ? ਅਸੀਂ ਲੋਕ ਅਦਾਲਤ ਦਾ ਜੋ ਲਗਾਉਣ ਦਾ ਤਰੀਕਾ ਹੈ ਕਿ ਹਰ ਇੱਕ ਬੈਂਚ ਦੇ ਵਿੱਚ ਇੱਕ ਜੁਡੀਸ਼ੀਅਲ ਆਫੀਸਰ ਹੁੰਦਾ ਹੈ ਤੇ ਉਸ ਦੇ ਨਾਲ 2 ਮੈਂਬਰਸ ਹੁੰਦੇ ਹਨ। ਉਹ ਮੈਂਬਰਸ ਦੇ ਵਿੱਚੋਂ ਸਮਾਜ ਸੇਵਕ ਹੁੰਦੇ ਹਨ ਜਾਂ ਜਿਨ੍ਹਾਂ ਦਾ ਕੁਝ ਐਕਸਪੀਰੀਅੰਸ ਹੁੰਦਾ ਹੈ ਜੋ ਕਿ ਲੋਕਾਂ ਦੀ ਮਨੋ
ਅਵਸਥਾ ਨੂੰ, ਮਾਨਸਿਕਤਾ ਨੂੰ ਸਮਝਦੇ ਹਨ, ਐਸੇ ਮੈਂਬਰਸ ਚੁਣੇ ਜਾਂਦੇ ਹਨ। ਤਾਂ ਲੋਕਾਂ ਦੋਨੋਂ ਧਿਰਾਂ ਨੂੰ ਆਮਣੇ ਸਾਹਮਣੇ ਬਿਠਾ ਕੇ ਇੱਕ ਮਾਹੌਲ ਐਸਾ ਕ੍ਰੀਏਟ ਕੀਤਾ ਜਾਂਦਾ ਹੈ ਜਿੱਥੇ ਕਿ ਕੋਰਟ ਵਰਗਾ ਮਾਹੌਲ ਨਹੀਂ ਹੁੰਦਾ, ਜਿੱਥੇ ਕਿ ਕੋਰਟ ਦੇ ਅੰਦਰ ਹੀ ਇੱਕ ਗਰਾਊਂਡ ਲੈਵਲ 'ਤੇ ਆ ਕੇ ਪਾਰਟੀਆਂ ਐਵੇਂ ਬੈਠਦੀਆਂ ਹਨ ਜਿਸ ਤਰ੍ਹਾਂ ਕਿ ਅਸੀਂ ਪੰਚਾਇਤ ਵਿੱਚ ਬੈਠੇ ਹਾਂ। ਤਾਂ ਸਭ ਤੋਂ ਪਹਿਲਾਂ ਇਸ ਮਾਹੌਲ ਦਾ ਫਾਇਦਾ ਇਹ ਹੁੰਦਾ ਕਿ ਦੋਨੋਂ ਪਾਰਟੀਆਂ ਨੂੰ ਇਹ ਲੱਗਦਾ ਹੈ ਕਿ ਅਸੀਂ ਅੱਜ ਇੱਕ ਲੜਾਈ ਦੇ ਮਕਸਦ ਨਾਲ ਨਹੀਂ ਆਏ, ਅਸੀਂ ਅੱਜ ਇੱਕ ਸਮਝੌਤੇ ਦੇ ਮਕਸਦ ਦੇ ਵਿੱਚ ਆਏ ਹਾਂ। ਸੋ ਜਦੋਂ ਇਹ ਮਾਹੌਲ ਇਸ ਤਰ੍ਹਾਂ ਦਾ ਪੈਦਾ ਹੁੰਦਾ ਹੈ ਤਾਂ ਗੱਲਬਾਤ ਦੀ ਸ਼ੁਰੂਆਤ ਵੀ ਇਸੇ ਤਰ੍ਹਾਂ ਹੁੰਦੀ ਹੈ। ਤਾਂ ਜੋ ਵੀ ਪ੍ਰੀਜ਼ਾਈਡਿੰਗ ਆਫੀਸਰ ਹੁੰਦੇ ਹਨ ਔਰ ਜੋ ਵੀ ਮੈਂਬਰ ਸਾਹਿਬਾਨ ਹੁੰਦੇ ਹਨ, ਉਹ ਬੜੇ ਸੁਲਝੇ ਤਰੀਕੇ ਨਾਲ ਦੋਨਾਂ ਦੀ ਗੱਲਬਾਤ ਸੁਣਦੇ ਹਨ ਅਤੇ ਫਿਰ ਦੋਨਾਂ ਨੂੰ ਮਨੋਵਿਗਿਆਨਿਕ ਤਰੀਕੇ ਦੇ ਨਾਲ ਕੋਈ ਨਾ ਕੋਈ ਰਸਤਾ ਦੱਸਦੇ ਹਨ ਕਿ ਤੁਸੀਂ ਅਗਰ ਇਸ ਤਰ੍ਹਾਂ ਆਪਣੇ ਸਮਝੌਤਾ ਕਰਨ ਦੀ ਕੋਸ਼ਿਸ਼ ਕਰੋ। ਉਹਨਾਂ ਨੂੰ ਐਫਰਟਸ ਕਰਦੇ ਹਨ ਕਿ ਤੁਸੀਂ ਆਪਣੀ ਰੰਜਿਸ਼ ਨੂੰ ਖਤਮ ਕਰੋ। ਉਹਨਾਂ ਨੂੰ ਕੋਈ ਪ੍ਰਪੋਜ਼ਲਸ ਵੀ ਦੱਸਦੇ ਹਨ ਕਿ ਤੁਸੀਂ ਐਵੇਂ ਆਪਣਾ ਫੈਸਲਾ ਕਰ ਸਕਦੇ ਹੋ। ਇੱਕ ਧਿਰ ਕੋਈ ਥੋੜ੍ਹੀ ਗੱਲ ਛੱਡ ਸਕਦੀ ਹੈ, ਦੂਸਰੀ ਧਿਰ ਮੰਨ ਸਕਦੀ ਹੈ। ਤਾਂ ਫਿਰ ਦੋਨਾਂ ਧਿਰਾਂ ਨੂੰ ਲੱਗਦਾ ਹੈ ਕਿ ਅਸੀਂ ਇਸ ਲੜਾਈ ਦੇ ਰਸਤੇ ਤੋਂ ਹਟ ਕੇ ਅਗਰ ਥੋੜ੍ਹਾ ਬਹੁਤਾ ਘੱਟ ਵਾਧਾ ਕਰਕੇ ਕੋਈ ਫੈਸਲਾ ਕਰ ਲਈਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਲਿਟੀਗੇਸ਼ਨ ਤੋਂ ਬਚ ਸਕਦੇ ਹਾਂ ਅਤੇ ਐਟ ਦ ਸੇਮ ਟਾਈਮ ਉਹਨਾਂ ਦਾ ਫੈਸਲਾ ਜਿਹੜਾ ਹੈ ਉਹ ਵਨਸ ਫॉर ਆਲ ਸੈਟਲਡ ਹੋ ਜਾਂਦਾ ਹੈ, ਉਸ ਦੀ ਕੋਈ ਅਪੀਲ ਨਹੀਂ ਹੁੰਦੀ। ਮੈਂ ਇਹਦਾ ਸਮਾਂ ਕੀ ਹੈ ਅਤੇ ਜਿਹੜੇ ਹੈਗੇ ਆ ਜਿਸ ਤਰ੍ਹਾਂ ਕਰੋਨਾ ਮਹਾਮਾਰੀ ਦੌਰਾਨ ਪਿਛਲੇ ਸਮੇਂ ਦੌਰਾਨ ਔਨਲਾਈਨ ਜਿਹੜੀ ਹੈਗੀ ਆ ਵੈਬ 'ਤੇ ਜਿਹੜੀ ਹੈਗੀ ਸੁਣਵਾਈ ਹੁੰਦੀ, ਇਸ ਵਾਰੀ ਜਿਹੜਾ ਮੈਨੂੰ ਪੁਰਾਣੇ ਸਮੇਂ ਦੀ ਤਰ੍ਹਾਂ ਲੱਗਣਗੀਆਂ? ਅਸੀਂ ਦੋਨੋਂ ਤਰੀਕੇ ਦੇ ਨਾਲ ਲੋਕ ਅਦਾਲਤ ਲਗਾਵਾਂਗੇ। ਕੋਰਟ ਦੇ ਵਿੱਚ ਫਿਜ਼ੀਕਲੀ ਹੀਅਰਿੰਗ ਵਾਸਤੇ ਵੀ ਲੋਕ ਅਦਾਲਤ ਲਗਾਵਾਂਗੇ, ਲੇਕਿਨ ਫਿਜ਼ੀਕਲ ਹੀਅਰਿੰਗ ਕਰਦੇ ਸਮੇਂ ਅਸੀਂ ਸਾਰੇ ਪ੍ਰੋਟੋਕੋਲਸ ਫੋਲੋ ਕਰਾਂਗੇ ਜੋ ਕਿ ਹੈਲਥ ਡਿਪਾਰਟਮੈਂਟ ਵੱਲੋਂ ਕੋਵਿਡ-19 ਦੀ ਪ੍ਰੀਵੈਂਸ਼ਨ ਲਈ ਦੱਸੇ ਗਏ ਹਨ। ਅਤੇ ਜੇ ਕੋਈ ਪਾਰਟੀ ਦੂਰ ਦੁਰਾਡੀ ਜਗ੍ਹਾ 'ਤੇ ਹੈ ਜਾਂ ਕਿਸੇ ਬਾਹਰਲੇ ਸੂਬੇ ਵਿੱਚ ਹੈ ਅਤੇ ਉਹ ਲੋਕ ਅਦਾਲਤ ਵਿੱਚ ਪਾਰਟੀਸੀਪੇਟ ਕਰਨਾ ਚਾਹੁੰਦੀ ਹੈ ਤਾਂ ਅਸੀਂ ਔਨਲਾਈਨ ਦੇ ਰਾਹੀਂ ਵੀ ਉਸਨੂੰ ਇਹਦੇ 'ਚ ਜੁੜਨ ਦਾ ਅਖਤਿਆਰ ਦੇਵਾਂਗੇ। ਔਨਲਾਈਨ ਜੁੜਨ ਦੇ ਵਾਸਤੇ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਦੇ ਸੈਕਟਰੀ ਨੂੰ ਕੰਟੈਕਟ ਕੀਤਾ ਜਾ ਸਕਦਾ ਹੈ ਜਾਂ ਕੋਰਟ ਦੇ ਕੰਸਰਨਡ ਰੀਡਰ ਨੂੰ ਕੰਟੈਕਟ ਕੀਤਾ ਜਾ ਸਕਦਾ ਹੈ। ਅਤੇ ਇੱਕ ਜੋ ਲੋਕਲ DLSA ਦਾ ਨੰਬਰ ਹੈ ਉਹ ਵੀ ਮੈਂ ਦੱਸਣਾ ਚਾਹਾਂਗੀ, 01881 ਕੋਡ ਹੈ ਅਤੇ 220171 ਲੈਂਡਲਾਈਨ ਨੰਬਰ ਹੈ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਰੂਪਨਗਰ ਦਾ। ਅਪਾਰਟ ਫਰੋਮ ਦਿਸ ਪੂਰੇ ਪੰਜਾਬ ਦੇ ਵਿੱਚ ਤੁਸੀਂ 1968 'ਤੇ ਕੰਟੈਕਟ ਕਰਕੇ ਟੋਲ ਫ੍ਰੀ ਨੰਬਰ 'ਤੇ ਵੀ ਕਾਲ ਕਰਕੇ ਪੁੱਛ ਸਕਦੇ ਹੋ ਤਰੀਕਾ। ਦੱਸਦੀ ਕਿ ਅਦਾਲਤੀ ਚੱਕਰਾਂ 'ਚ ਫਸੇ ਲੋਕਾਂ ਨੂੰ ਲੰਮਾ ਸਮਾਂ ਤਰੀਕਾਂ ਭੁਗਤਣੀਆਂ ਪੈਂਦੀਆਂ ਨੇ ਅਤੇ ਉਹਨਾਂ ਨੂੰ ਵਾਰ-ਵਾਰ ਅਦਾਲਤ 'ਚ ਚੱਕਰ ਵੀ ਕੱਟਣ ਲਈ ਮਜਬੂਰ ਹੋਣਾ ਪੈਂਦਾ। ਉੱਥੇ ਹੀ ਹੁਣ ਰੂਪਨਗਰ ਦੇ ਚੇਅਰਪਰਸਨ ਹਰਪ੍ਰੀਤ ਕੌਰ ਨੇ ਦੱਸਿਆ ਹੈ ਕਿ ਉਹਨਾਂ ਵੱਲੋਂ ਇੱਕ ਦਿਨ ਦੇ ਅੰਦਰ ਲੋਕ ਅਦਾਲਤ 'ਚ ਲੋਕਾਂ ਦੇ ਕੇਸਾਂ ਦਾ ਨਿਪਟਾਰਾ ਕੀਤਾ ਜਾਵੇਗਾ ਅਤੇ ਇਸ ਦੌਰਾਨ ਜਿਨ੍ਹਾਂ ਲੋਕਾਂ ਵੱਲੋਂ ਕੋਰਟ ਫੀਸ ਲਗਾਈ ਹੁੰਦੀ ਹੈ ਉਹ ਵੀ ਉਹਨਾਂ ਨੂੰ ਵਾਪਸ ਮਿਲ ਜਾਵੇਗੀ। ਰੂਪਨਗਰ ਤੋਂ ਸੱਜਣ ਸਿੰਘ ਸੈਣੀ, ਪੰਜਾਬੀ ਲੋਕ ਚੈਨਲ।